ਬਹੁਤ ਖੁਸ਼ਨਸੀਬ ਮੰਨਦੀ ਹਾਂ ਮੈਂ ਆਪਣੇ ਆਪ ਨੂੰ, ਕਿਉਂਕਿ ਜਿਹੜੇ ਲੋਕ ਉੱਥੇ ਆ ਕੇ ਬਹਿੰਦੇ ਆ ਤੇ ਆਪਣੀ ਲਾਈਫ ਦੇ ਬਾਰੇ, ਆਪਣੀ ਜਰਨੀ ਬਾਰੇ ਦੱਸਦੇ ਆ, ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਨਾ। ਇਹ ਨਹੀਂ ਕਿ ਉੱਥੇ ਆ ਕੇ ਬਸ ਹਾਂ 2-4 ਜਵਾਬ ਦਿੱਤੇ, ਤੁਹਾਡਾ ਫੇਵਰੇਟ ਕੌਣ ਆ, ਕੌਣ ਪਸੰਦ ਨਹੀਂ ਆ। ਟੀਵੀ ਬਹੁਤ ਚੰਗਾ ਮੀਡੀਅਮ ਆ ਆਪਣੇ ਫੈਨਸ ਨਾਲ ਰੂਬਰੂ ਹੋਣ ਦਾ। ਮੈਂ ਇੰਟਰਵਿਊਜ਼ 'ਚ ਪਹਿਲਾਂ ਵੀ ਕਹਿੰਦੀ ਹੁੰਦੀ ਸੀ, ਜਦੋਂ ਵੀ ਕੋਈ ਪੁੱਛਦਾ ਸੀ ਕਿ ਫੇਵਰੇਟ ਸਿੰਗਰ, ਤਾਂ ਮੈਂ ਹਮੇਸ਼ਾ ਕਹਿਣਾ ਸਿੱਧੂ ਮੂਸੇਵਾਲਾ, ਤੇ ਉਹ ਸੀਗੇ ਤੇ ਹਮੇਸ਼ਾ ਹੀ ਰਹਿਣਗੇ। ਪਹਿਲੀ ਵਾਰ ਜਦੋਂ ਅਸੀਂ ਜੱਟੀ ਜੋੜੇ ਮੋੜ ਵਰਗੀ ਦੇ ਸੈੱਟ 'ਤੇ ਸੀਗੇ ਤੇ ਅਸੀਂ ਉਹ ਇੱਕ ਫੋਟੋ ਸ਼ੇਅਰ ਕੀਤੀ ਸੀ। ਉਹ ਵਨ ਆਫ ਦ ਮੋਸਟ ਵਾਇਰਲ, ਮੋਸਟ ਲਾਈਕਡ ਤੇ ਉਹਦੇ 'ਤੇ ਸਭ ਤੋਂ ਜ਼ਿਆਦਾ ਕਮੈਂਟਸ ਵਾਲੀ ਫੋਟੋ ਸੀਗੀ। ਉਹਨਾਂ ਨੂੰ ਆਈ ਥਿੰਕ ਆਪਣੀ ਕਲਾ ਦੇ ਉੱਤੇ ਇੰਨਾ ਵਿਸ਼ਵਾਸ ਸੀ ਨਾ ਕਿ he never thought looks are very important and he proved it। ਕੁਛ ਚੀਜ਼ਾਂ ਨੂੰ ਜਿੱਦਾਂ ਪੰਜਾਬੀਆਂ ਹੈ ਨਾ ਥੋੜ੍ਹਾ ਜਿਹਾ ਕਰ ਦੇਣਾ ਉੱਥੇ, ਤਾਂ ਮੈਂ ਮੰਮੀ ਡੈਡੀ ਨੇ ਜਦੋਂ ਅਸੀਂ ਘਰ ਆ ਕੇ ਹਿੰਦੀ 'ਚ ਗੱਲ ਕਰਨੀ ਆ ਕੁਛ, ਤਾਂ ਮੰਮੀ ਡੈਡੀ ਨੇ ਨਾ ਕਹਿਣਾ ਕਿ ਇੱਥੇ ਪੰਜਾਬੀ 'ਚ ਬੋਲੋ। ਤੇ ਅੱਜ ਮੈਨੂੰ ਸਾਰਾ ਪਿਆਰ ਜਾਂ ਮੇਰੀ ਜੋ ਵੀ ਐਗਜ਼ਿਸਟੈਂਸ ਆ ਐਜ਼ ਐਨ ਇਨ ਪ੍ਰੋਫੈਸ਼ਨਲੀ ਇਜ਼ ਬਿਕਾਜ਼ ਆਫ ਮਾਈ ਲੈਂਗੁਏਜ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਕਿਉਂਕਿ ਮੈਂ ਆਪਣੀ ਪਰਸਨਲੀ ਫੇਵਰੇਟ ਤੇ ਤੁਹਾਡੀ ਸਾਰਿਆਂ ਦੀ ਫੇਵਰੇਟ ਅਦਾਕਾਰਾ ਦੇ ਨਾਲ ਮਿਲਣ ਜਾ ਰਿਹਾ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਇਹ ਇੰਟਰੈਕਸ਼ਨ ਕਾਫੀ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਦਿਲ ਦੀਆਂ ਗੱਲਾਂ ਅੱਜ ਖਾਸ ਤੌਰ ਦੇ ਉੱਤੇ ਹੋਣ ਵਾਲੀਆਂ ਨੇ। ਵੈਸੇ ਦਿਲ ਦੀਆਂ ਗੱਲਾਂ ਕਰਨ ਦੇ ਵਿੱਚ ਤੇ ਉਹ ਖੁਦ ਬਹੁਤ ਜ਼ਿਆਦਾ ਮਾਹਿਰ ਨੇ, ਪਰ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ। ਸੋਨਮ ਬਾਜਵਾ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਇਟਸ ਵੈਰੀ ਗੁੱਡ ਟੂ ਸੀ ਯੂ ਕਿ ਜੋ ਸਾਡੇ ਲਈ ਇੱਕ ਕੰਮ ਹੁੰਦਾ ਸੀ ਉਹ ਜਦੋਂ ਤੁਹਾਨੂੰ ਕਰਦੇ ਦੇਖਦੇ ਆ ਕਈ ਵਾਰ ਐ ਹੁੰਦਾ ਵੀ ਹੁਣ ਦੇਖੋ, ਹੁਣ ਪਤਾ ਲੱਗੇਗਾ ਨਾ ਵੀ ਸਾਹਮਣੇ ਵਾਲਾ ਜਦੋਂ ਕਈ ਵਾਰ ਸਵਾਲ ਦਾ ਜਵਾਬ ਜਦੋਂ ਘੁਮਾ ਦਿੰਦਾ ਉਦੋਂ ਕਿਹੋ ਜਿਹਾ ਮਹਿਸੂਸ ਹੁੰਦਾ। ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਸੈਕਿੰਡ ਸੀਜ਼ਨ ਆ ਗਿਆ ਦਿਲ ਦੀਆਂ ਗੱਲਾਂ ਦਾ, ਹੈ ਨਾ? ਸੋ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਖੁਦ ਮੌਕਾ ਮਿਲਦਾ ਦੂਜਿਆਂ ਬਾਰੇ ਜਾਣਨ ਦੇ ਲਈ? ਬਹੁਤ ਖੁਸ਼ਨਸੀਬ ਮੰਨਦੀ ਹਾਂ ਮੈਂ ਆਪਣੇ ਆਪ ਨੂੰ, ਕਿਉਂਕਿ ਜਿਹੜੇ ਲੋਕ ਉੱਥੇ ਆ ਕੇ ਬਹਿੰਦੇ ਆ ਤੇ ਆਪਣੀ ਲਾਈਫ ਦੇ ਬਾਰੇ, ਆਪਣੀ ਜਰਨੀ ਬਾਰੇ ਦੱਸਦੇ ਆ, ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਨਾ। ਮੈਂ ਇੰਨੀ ਇੰਸਪਾਇਰ ਹੁੰਦੀ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜਰਨੀ ਦੇਖ ਕੇ ਕਿ ਮੈਂ ਸੱਚੀ ਰੱਬ ਦਾ ਥੈਂਕ ਯੂ ਕਰਦੀ ਹਾਂ ਕਿ ਕੰਮ ਤਾਂ ਕਰੀਦਾ ਹੈ, ਚਲੋ ਅੱਗੇ ਵੀ ਕਰਨਾ ਹੈ, ਬਟ ਬਹੁਤ ਮਜ਼ਾ ਆਉਂਦਾ ਆ, ਬੜਾ ਹੀ ਮੋਟੀਵੇਸ਼ਨ ਮਿਲਦਾ ਆ। ਇੱਦਾਂ ਲੱਗਦਾ ਹੈ ਕਿ ਯਾਰ ਵਾਓ, ਇੱਕ ਰਿਐਲਿਟੀ ਚੈੱਕ ਮਿਲਦਾ ਆ। ਸੋ ਬਹੁਤ ਵਧੀਆ ਲੱਗਦਾ ਔਰ ਫਨ ਐਂਡ ਗੇਮਸ ਤਾਂ ਕਰੀਦੇ ਹੀ ਹੈ। ਯੈਸ, ਮੇਰੇ ਖਿਆਲ ਨਾਲ ਜਿਵੇਂ ਅਸੀਂ ਨੋਰਮਲੀ ਜਦੋਂ ਫਿਲਮ ਪ੍ਰਮੋਸ਼ਨਸ ਨੂੰ ਲੈ ਕੇ ਮਿਲਦੇ ਆ ਜਾਂ ਉਹ ਜਦੋਂ ਇੰਟਰਵਿਊਜ਼ ਹੁੰਦੀਆਂ ਨੇ ਉਦੋਂ ਜ਼ਿਆਦਾ ਉਹ ਗੱਲਾਂ ਨਹੀਂ ਹੋ ਪਾਉਂਦੀਆਂ ਜੋ ਇਦਾਂ ਦੇ ਸਪੈਸ਼ਲੀ ਇੱਕ ਟਾਕ ਦੇ ਵਿੱਚ ਹੋ ਜਾਂਦੀਆਂ। ਔਰ ਮੈਨੂੰ ਵੀ ਅੱਜ ਜ਼ਿਆਦਾ ਐਕਸਾਈਟਮੈਂਟ ਇਸ ਲਈ ਸੀਗੀ ਕਿਉਂਕਿ ਮੈਨੂੰ ਐਂ ਲੱਗ ਰਿਹਾ ਸੀ ਕਿ ਅੱਜ ਮੈਨੂੰ ਉਹ ਗੱਲਾਂ ਕਰਨ ਦਾ ਮੌਕਾ ਮਿਲੂਗਾ ਸ਼ਾਇਦ ਜੋ ਅਸੀਂ ਪ੍ਰਮੋਸ਼ਨਲ ਇਵੈਂਟਸ ਦੇ ਉੱਤੇ ਗੱਲਬਾਤ ਦੇ ਵਿੱਚ ਅਸੀਂ ਨਹੀਂ ਕਰ ਪਾਉਂਦੇ, ਹੈ ਨਾ? ਸੋ ਵੈਸੇ ਚਲੋ ਦਿਲ ਦੀਆਂ ਗੱਲਾਂ ਬਾਰੇ ਮੈਂ ਕੁਛ ਇੱਕ ਚੀਜ਼ਾਂ ਪੁੱਛਣਾ ਚਾਹੁੰਦਾ, ਫਿਰ ਮੈਂ ਉਸ ਤੋਂ ਬਾਅਦ ਕੁਛ ਚੀਜ਼ਾਂ ਤੁਹਾਡੇ ਬਾਰੇ ਵੀ ਜਾਣਨਾ ਚਾਹਾਂਗਾ ਕਿਉਂਕਿ ਅੱਜ ਮੌਕਾ ਮਿਲਿਆ ਤਾਂ ਗਵਾਉਣਾ ਨਹੀਂ ਚਾਹਾਂਗੇ। ਸੋ ਦਿਲ ਦੀਆਂ ਗੱਲਾਂ ਨੂੰ ਅਗਰ ਲੈ ਕੇ ਚੱਲੀਏ, ਸੋ ਜਦੋਂ ਤੁਹਾਡੇ ਕੋਲ ਇਹ ਕਨਸੈਪਟ ਆਇਆ ਸੀਗਾ, ਸੋ ਕਿਉਂਕਿ ਇੱਦਾਂ ਹੁੰਦਾ ਹੈ ਕਿ ਇੱਕ ਜਦੋਂ ਬੜੀ ਸਕਰੀਨ ਦੇ ਉੱਤੇ ਤੁਸੀਂ ਆ ਰਹੇ ਹੋ, ਤੁਹਾਨੂੰ ਲੋਕ ਉਸ ਤਰੀਕੇ ਨਾਲ ਐਡਮਾਇਰ ਕਰ ਰਹੇ ਆ। ਟੀਵੀ ਦੇ ਉੱਤੇ ਆਉਣਾ, ਸੋ ਕਈ ਵਾਰੀ ਲੋਕੀ ਐ ਲੈਂਦੇ ਨੇ ਕਿ ਟੀਵੀ ਦੇ ਉੱਤੇ ਤੇ ਅਸੀਂ ਪਿੱਛੇ ਨੂੰ ਜਾਵਾਂਗੇ ਕਿਉਂਕਿ ਟੀਵੀ ਤੋਂ ਲੋਕੀ ਬੜੀ ਸਕਰੀਨ ਤੇ ਜਾਂਦੇ ਨੇ। ਤਾਂ ਤੁਹਾਨੂੰ ਕਿਵੇਂ ਲੱਗਿਆ ਸੀ, ਤੁਸੀਂ ਕਿਵੇਂ ਵੈਲਕਮ ਕੀਤਾ ਸੀ ਇਸ ਕਨਸੈਪਟ ਨੂੰ? ਜਿੱਦਾਂ ਤੁਸੀਂ ਕਿਹਾ ਨਾ, ਅੱਜ ਕੱਲ੍ਹ ਤਾਂ ਦੇਖੋ ਸਾਰੀ ਗੱਲ ਹੀ ਕੰਟੈਂਟ ਦੀ ਆ। ਮੈਨੂੰ ਇਹਦਾ ਨਾ ਕਨਸੈਪਟ ਬੜਾ ਵਧੀਆ ਲੱਗਾ ਕਿ ਇਹ ਨਹੀਂ ਕਿ ਉੱਥੇ ਆ ਕੇ ਬਸ ਹਾਂ 2-4 ਜਵਾਬ ਦਿੱਤੇ, ਤੁਹਾਡਾ ਫੇਵਰੇਟ ਕੌਣ ਆ, ਕੌਣ ਪਸੰਦ ਨਹੀਂ ਆ। ਉਹ ਸਭ ਤਾਂ ਫਨ, ਮਸਤੀ, ਮਜ਼ਾਕ ਹੈ ਹੀ ਸੀ। ਬਟ ਜਦੋਂ ਮੈਨੂੰ ਕਨਸੈਪਟ ਪਤਾ ਲੱਗਾ ਨਾ ਕਿ ਉਹਨਾਂ ਦੀ ਜਰਨੀ ਬਾਰੇ ਗੱਲ ਹੋਊਗੀ, ਉਹਨਾਂ ਦੀ ਲਾਈਫ ਬਾਰੇ, ਉਹਨਾਂ ਨੂੰ ਕੁਝ ਸਰਪ੍ਰਾਈਜ਼ਸ ਦਿੱਤੇ ਜਾਣਗੇ, ਤਾਂ ਉਹ ਮੈਨੂੰ ਬਹੁਤ ਯੂਨੀਕ ਲੱਗਾ। ਮੈਨੂੰ ਲੱਗਦਾ ਕਿ ਪੰਜਾਬ 'ਚ ਕਿ ਈਵਨ ਆਈ ਡੋਂਟ ਥਿੰਕ ਸੋ ਬਾਲੀਵੁੱਡ 'ਚ ਵੀ ਇੱਦਾਂ ਦਾ ਜਾਂ ਉੱਧਰ ਵੀ ਦੂਜੀ ਜਗ੍ਹਾ 'ਤੇ ਵੀ ਮੈਂ ਇੱਦਾਂ ਦਾ ਕਨਸੈਪਟ ਨਹੀਂ ਦੇਖਿਆ ਸੀ ਕਿਸੇ ਸ਼ੋਅ 'ਤੇ। ਸੋ ਉਹਨੂੰ ਬੜਾ ਵਧੀਆ ਲੱਗਾ ਐਂਡ ਆਈ ਵਾਜ਼ ਲਾਈਕ ਕਿ ਵਾਓ, ਅੱਡ-ਅੱਡ ਸੈਲੀਬ੍ਰਿਟੀਜ਼ ਆਉਣਗੇ, ਉਹਨਾਂ ਨੂੰ ਮਿਲਣ ਦਾ ਮੌਕਾ, ਉਹਨਾਂ ਤੋਂ ਕਿੰਨਾ ਕੁਝ ਸਿੱਖਣ ਨੂੰ ਵੀ ਮਿਲੂਗਾ। ਅਤੇ ਟੀਵੀ ਬਹੁਤ ਚੰਗਾ ਮੀਡੀਅਮ ਆ ਆਪਣੇ ਫੈਨਸ ਨਾਲ ਰੂਬਰੂ ਹੋਣ ਦਾ। ਤਾਂ ਮੈਨੂੰ ਲੱਗਿਆ ਕਿ ਠੀਕ ਆ, ਹਰ ਹਫਤੇ 2 ਵਾਰੀ ਪੂਰੀ ਫੈਮਿਲੀ ਬੈਠ ਕੇ ਇੰਜੋਏ ਕਰ ਸਕਦੀ ਆ ਜੇ ਇੱਦਾਂ ਦਾ ਕੁਛ ਕ੍ਰੀਏਟ ਕਰ ਸਕਦੇ ਹਾਂ। ਸੋ ਵਾਈ ਨਾਟ। ਤਾਂ ਮੈਂ ਕੀਤਾ ਅਤੇ ਵਾਕਈ ਬਹੁਤ ਹੀ ਸੈਟਿਸਫਾਈਂਗ ਜਰਨੀ ਰਹੀ ਹਾਲੇ ਤੱਕ ਆਹ ਸ਼ੋਅ ਕਰਨ ਦੀ, ਅਤੇ ਬੜਾ ਮਜ਼ਾ ਆਉਂਦਾ ਆ ਮੈਨੂੰ। ਥੋੜ੍ਹਾ ਹੈਕਟਿਕ ਹੁੰਦਾ ਹੈ ਟੀਵੀ, ਥੋੜ੍ਹੇ ਫਿਲਮਾਂ ਤੋਂ ਥੋੜ੍ਹਾ ਜ਼ਿਆਦਾ ਡਿਫੀਕਲਟ ਲੱਗਦਾ ਬਿਕਾਜ਼ ਟਾਈਟ ਹੁੰਦਾ ਆ ਸਕੈਡਿਊਲ ਐਂਡ ਆਲ ਆਫ ਦੈਟ। ਬਟ ਵੈਸੇ ਤਾਂ
ਬੜਾ ਮਜ਼ਾ ਆਉਂਦਾ ਹੈ ਕਰਕੇ। ਆਲਰਾਈਟ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਸਭ ਨਾਲ ਮਿਲਣ ਦਾ ਮੌਕਾ ਮਿਲੇਗਾ ਔਰ ਤੁਹਾਡੇ ਦਿਲ 'ਚ ਉਹ ਐਕਸਾਈਟਮੈਂਟ ਹੁੰਦੀ ਸੀ, ਮੈਨੂੰ ਐਂ ਲੱਗਦਾ ਸਾਰਿਆਂ ਦੇ ਦਿਲ 'ਚ ਸੋਨਮ ਨੂੰ ਮਿਲਣ ਦੀ ਐਕਸਾਈਟਮੈਂਟ ਹੁੰਦੀ ਹੋਣੀ। I don't know. They say sometimes ਦੱਸਦੇ ਹੁੰਦੇ ਆ ਕਿ we were very excited to come on the show, ਤਾਂ ਬੜੀ ਖੁਸ਼ੀ ਹੁੰਦੀ ਆ। ਗ੍ਰੇਟ। ਅੱਛਾ, ਅਗਰ ਮੈਂ ਪਿਛਲੇ ਸੀਜ਼ਨ ਦੀ ਗੱਲ ਕਰਾਂ, ਸੋ ਪਿਛਲੇ ਸੀਜ਼ਨ ਦੇ ਨਾਲ ਕਾਫੀ ਐਸੀਆਂ ਯਾਦਾਂ ਵੀ ਨੇ, ਅਸੀਂ ਦੇਖਿਆ ਤੁਹਾਨੂੰ ਹੋਰ ਵੀ ਇੰਟਰਵਿਊਜ਼ ਦੇ ਵਿੱਚ ਗੱਲ ਕਰਦੇ ਵੀ ਸੁਣਿਆ, ਜਾਂ ਤਾਂ ਤੁਹਾਡੇ ਲਈ ਸਿੱਧੂ ਦੀ ਮੂਵਮੈਂਟ ਨੂੰ ਲੈ ਕੇ ਬਹੁਤ ਇਮੋਸ਼ਨਸ ਹੈਗੇ ਆ, ਕੁਝ ਚੀਜ਼ਾਂ ਤੁਸੀਂ ਸ਼ੇਅਰ ਆਲਰੇਡੀ ਵੀ ਕੀਤੀਆਂ ਨੇ। ਸੋ ਵੈਸੇ ਵੀ ਅਗਰ ਤੁਹਾਡੇ ਆਲਮੋਸਟ 2 ਗਾਣੇ ਤੁਸੀਂ ਉਹਨਾਂ ਦੇ ਨਾਲ ਮਿਊਜ਼ਿਕ ਵੀਡੀਓਜ਼ ਕੀਤੀਆਂ, ਔਰ ਜਿਸ ਹਿਸਾਬ ਦੀ ਮਤਲਬ ਉਹਨਾਂ ਦੀ ਬਿਲਡ ਸੀਗੀ ਹੈ ਨਾ, ਔਰ ਤੁਹਾਡੀ ਜਿਵੇਂ ਹਾਈਟ ਹੈਗੀ ਹੈ ਜਾਂ ਕੁਝ ਵੀ, ਤਾਂ ਨਾਲ ਇੱਕ ਕੰਪੈਨੀਅਨ ਵੀ ਉੱਦਾਂ ਦਾ ਇੱਕ ਚਾਹੀਦਾ ਹੁੰਦਾ, ਤੇ ਉਹ ਇੱਕ ਜੋੜੀ ਬੜੀ ਸੋਹਣੀ ਔਨ ਸਕਰੀਨ ਲੱਗਦੀ ਸੀ। ਤਾਂ ਤੁਸੀਂ ਕੀ ਮਿਸ ਕਰਦੇ ਹੋ ਸਿੱਧੂ ਬਾਰੇ, ਔਰ ਸਪੈਸ਼ਲੀ ਉਹਨਾਂ ਦੇ ਨਾਲ ਜੋ ਹੁਣ ਐਪੀਸੋਡ ਨਹੀਂ ਹੋ ਪਾਏਗਾ, ਇਹ ਦੁੱਖ ਦੀ ਗੱਲ ਹੈਗੀ, ਸਾਡੇ ਵਿੱਚ ਨਹੀਂ ਹੈ। ਸਭ ਮਿਸ ਕਰਦੀ ਹਾਂ, ਹਰ ਗੱਲ, ਉਹਨਾਂ ਦਾ ਅੰਦਾਜ਼, ਉਹਨਾਂ ਦੀ ਸੋਚਣੀ, ਉਹਨਾਂ ਦਾ ਹੀ ਵਾਜ਼ ਵਨ ਆਫ ਅ ਕਾਈਂਡ, ਜਿਹਨੂੰ ਆਪਾਂ ਕਹੀਦਾ ਹੈ ਨਾ, ਵੈਰੀ ਵੈਰੀ, ਉਹਨਾਂ ਦੀ ਕੌਨਫੀਡੈਂਸ, ਉਹਨਾਂ 'ਚ ਪਤਾ ਇੱਕ ਕਹਿ ਦਿੰਦੇ ਨਾ ਆਪਾਂ, ਨਿਡਰ ਉਹਨਾਂ ਦੀ ਹੋਣਾ, ਕੌਨਫੀਡੈਂਟ ਇੰਨੇ ਸੀਗੇ, ਤਾਂ ਇਹ ਇਹਨਾਂ ਦੀ ਬਹੁਤ ਖੂਬੀ ਸੀ। ਤਾਂ ਮੈਂ ਉਹਨਾਂ ਦੀ ਕੰਮ ਨਹੀਂ ਵੀ ਜੇ ਕਰਦੀ, ਮੈਂ ਉਹਨਾਂ ਦੀ ਫੈਨ ਸੀਗੀ ਹਮੇਸ਼ਾ ਤੋਂ ਹੀ। ਅਤੇ ਮੈਂ ਇੰਟਰਵਿਊਜ਼ 'ਚ ਪਹਿਲਾਂ ਵੀ ਕਹਿੰਦੀ ਹੁੰਦੀ ਸੀ, ਜਦੋਂ ਵੀ ਕੋਈ ਪੁੱਛਦਾ ਸੀ ਕਿ ਫੇਵਰੇਟ ਸਿੰਗਰ, ਤਾਂ ਮੈਂ ਹਮੇਸ਼ਾ ਕਹਿਣਾ ਸਿੱਧੂ ਮੂਸੇਵਾਲਾ, ਅਤੇ ਉਹ ਸੀਗੇ ਅਤੇ ਹਮੇਸ਼ਾ ਹੀ ਰਹਿਣਗੇ। ਤਾਂ ਮੈਂ ਤਾਂ ਬਹੁਤ ਲੱਕੀ ਹਾਂ ਕਿ ਮੈਨੂੰ ਉਹਨਾਂ ਦੇ ਨਾਲ ਇੰਨਾ ਟਾਈਮ ਵੀ ਬਿਤਾਉਣ ਦਾ ਮੌਕਾ ਮਿਲਿਆ, ਐਂਡ ਲੋਕ ਸਾਨੂੰ ਇਕੱਠਿਆਂ ਨੂੰ ਕੰਮ ਕਰਕੇ ਜਦੋਂ ਅਸੀਂ ਕਰਦੇ ਸੀ ਬਹੁਤ ਪਸੰਦ ਕਰਦੇ ਸੀ। ਸੋ ਵੀ ਆਰ ਲਾਈਕ, ਆਈ ਐਮ ਸੋ ਹੈਪੀ ਐਂਡ ਆਈ ਐਮ ਸੋ ਲੱਕੀ ਕਿ ਲੋਕੀ ਪਸੰਦ ਕਰਦੇ। ਮੈਨੂੰ ਯਾਦ ਆ ਪਹਿਲੀ ਵਾਰ ਜਦੋਂ ਅਸੀਂ ਜੱਟੀ ਜੋੜੇ ਮੋੜ ਵਰਗੀ ਦੇ ਸੈੱਟ 'ਤੇ ਸੀਗੇ, ਅਤੇ ਅਸੀਂ ਉਹ ਇੱਕ ਫੋਟੋ ਸ਼ੇਅਰ ਕੀਤੀ ਸੀ, ਉਹ ਵਨ ਆਫ ਦ ਮੋਸਟ ਵਾਇਰਲ, ਮੋਸਟ ਲਾਈਕਡ, ਅਤੇ ਉਹਦੇ 'ਤੇ ਸਭ ਤੋਂ ਜ਼ਿਆਦਾ ਕਮੈਂਟਸ ਵਾਲੀ ਫੋਟੋ ਸੀਗੀ। ਲਾਈਕ ਲੋਕੀ ਬਹੁਤ ਐਕਸਾਈਟਡ ਹੋਏ ਸੀ ਕਿ ਅਸੀਂ ਦੋਨੋਂ ਇਕੱਠੇ ਆ ਰਹੇ ਹਾਂ। ਮੇਰੇ ਲਈ ਬਹੁਤ ਐਕਸਾਈਟਮੈਂਟ ਵਾਲੀ ਗੱਲ ਸੀ, ਕਿਉਂਕਿ ਮੈਨੂੰ ਮੇਰੇ ਫੇਵਰੇਟ ਸਿੰਗਰ ਦੇ ਨਾਲ, ਕਿਉਂਕਿ ਜਿਮ ਹੋਵੇ ਜਾਂ ਗੱਡੀ 'ਚ ਕਿਤੇ ਜਾਣਾ, ਲਾਈਕ ਉਹਨਾਂ ਦਾ ਮਿਊਜ਼ਿਕ ਮੈਨੂੰ ਬਹੁਤ ਪਸੰਦ ਸੀ ਅਤੇ ਹੈ ਅਤੇ ਰਹੂਗਾ ਵੀ। ਅਤੇ ਬੜੀ ਲੋਕਾਂ 'ਚ ਵੀ ਐਕਸਾਈਟਮੈਂਟ ਸੀ, ਔਰ ਮੇਰੇ ਦਿਲ ਦੇ ਅੰਦਰ ਵੀ ਬੜੀ ਐਕਸਾਈਟਮੈਂਟ ਸੀ। ਸੋ ਆਈ ਐਮ ਸੋ ਥੈਂਕਫੁਲ ਕਿ ਜੇ ਉਹਨਾਂ ਦਾ ਟਾਈਮ ਇੱਥੇ ਇੰਨਾ ਸੀ ਨਾ, ਅਤੇ ਮੈਨੂੰ ਉਹ ਇੱਦਾਂ ਵੀ ਉਹਨਾਂ ਨੂੰ ਜਾਣਨ ਦਾ ਜਾਂ ਇੰਨਾ ਵੀ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਦੈਟਸ ਸੋ ਕੂਲ, ਗ੍ਰੇਟ। ਤੁਸੀਂ ਜਿਵੇਂ ਗੱਲ ਕੀਤੀ ਨਾ, ਜਿਵੇਂ ਤੁਸੀਂ ਫੋਟੋ ਦੀ ਗੱਲ ਕੀਤੀ ਜਾਂ ਕੁਝ ਵੀ, ਮੈਂ ਤੁਹਾਨੂੰ ਆਲਰੇਡੀ ਕੰਪਲੀਮੈਂਟ ਕਰ ਚੁੱਕਿਆ ਸੀ ਕਿ ਤੁਹਾਡੀ ਜੋੜੀ ਬੜੀ ਅਮੇਜ਼ਿੰਗ ਲੱਗੀ ਸੀਗੀ। ਜੇ ਸਿੱਧੂ ਦੇ ਹੱਥ ਦੇ ਵਿੱਚ ਵੈਪਨ ਜੱਚਦਾ ਸੀ, ਤਾਂ ਜਦੋਂ ਤੁਸੀਂ ਗਾਣੇ ਦੇ ਵਿੱਚ ਚੁੱਕਿਆ, ਤਾਂ ਮਤਲਬ ਉਹ ਤੁਸੀਂ ਸੀਗੇ ਜਿਹੜੇ ਨਾਲ ਉੱਦਾਂ ਖੜ ਸਕਦੇ ਸੀ। ਸੋ ਦੈਟ ਵਾਜ਼ ਅਮੇਜ਼ਿੰਗ। ਸਿੱਧੂ ਦੀ ਕੋਈ ਇੱਕ ਐਸੀ ਗੱਲ ਜਿਹੜੀ ਤੁਹਾਨੂੰ ਸਭ ਤੋਂ ਵੱਧ ਪਸੰਦ ਹੈਗੀ ਹੈ? ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਸ਼ੇਅਰ ਕਰਦੇ ਰਹੇ ਹੋ, ਜਿਹੜੀ ਅੱਜ ਵੀ ਯਾਦ ਆਉਂਦੀ ਹੈ ਜਾਂ ਉਹਨਾਂ ਨੂੰ ਬਾਕੀਆਂ ਤੋਂ ਅਲੱਗ ਕਰਕੇ ਖੜਾ ਕਰਦੀ ਸੀ? ਉਹਨਾਂ ਦਾ ਆਪਣੇ ਉੱਪਰ ਵਿਸ਼ਵਾਸ। ਮੈਂ ਹੈਰਾਨ ਹੋ ਜਾਂਦੀ ਸੀ ਕਿ ਇਹਨਾਂ ਨੂੰ ਕੋਈ ਸ਼ੌਕ ਨਹੀਂ ਆ, ਜਿੱਦਾਂ ਨਾ ਇੱਕ ਉਹਨਾਂ ਨੂੰ ਆਈ ਥਿੰਕ ਆਪਣੀ ਕਲਾ ਦੇ ਉੱਤੇ ਇੰਨਾ ਵਿਸ਼ਵਾਸ ਸੀ ਨਾ ਕਿ he never thought looks are very important and he proved it. Yes. He never thought wearing certain brands are important, he proved it. ਮੈਂ ਨਹੀਂ ਦੇਖਿਆ ਸਿੱਧੂ ਨੂੰ ਕਦੇ ਵੀ ਕਿ ਉਹਨਾਂ ਨੂੰ ਸ਼ੂਜ਼ ਦਾ ਬੜਾ ਸ਼ੌਕ ਆ ਜਾਂ ਘੜੀਆਂ ਦਾ ਬਹੁਤ ਸ਼ੌਕ ਆ। ਨੋ, ਹੀ ਵਾਜ਼ ਸੋ ਸਿੰਪਲ। ਤਾਂ ਉਹ ਮਤਲਬ ਉਹ ਮੈਂ ਕਈ ਵਾਰੀ ਨਾ ਇੱਦਾਂ ਗੱਲ ਵੀ ਕਰਨੀ, ਤਾਂ ਇੱਦਾਂ ਪੁੱਛਣਾ, ਓਕੇ ਸਿੱਧੂ ਕੀ ਚੱਲ ਰਿਹਾ, ਕਿ ਮੈਂ ਤਾਂ ਬਸ ਪਹਿਲੀ ਵਾਹੁਣਾ ਆ, ਕਦੀ ਆਇਓ ਪਿੰਡ। ਔਰ ਮੈਨੂੰ ਬਹੁਤ ਹੀ, ਜਦੋਂ ਮੈਨੂੰ ਯਾਦ ਆ ਕਿ ਮੈਂ ਉਹਨਾਂ ਦੇ ਘਰ ਗਈ ਸੀ, ਮੈਂ ਪੂਰੇ ਰਸਤੇ ਹੀ ਸੋਚਦੀ ਗਈ ਕਿ ਸਿੱਧੂ ਨੇ ਮੈਨੂੰ ਕਈ ਵਾਰੀ ਇਹ ਗੱਲ ਕਹਿਣੀ ਕਿ ਕਦੀ ਪਿੰਡ ਆਇਓ ਵਿਖਾਵਾਂਗੇ, ਹੈ ਨਾ, ਪਿੰਡ ਆਇਓ ਸਾਡੇ। ਹੀ ਵਾਜ਼ ਮਤਲਬ ਬੜਾ ਉਹਨਾਂ ਨੂੰ ਮਾਣ ਔਰ ਬੜਾ ਪਿਆਰ ਸੀ ਆਪਣੇ ਪਿੰਡ ਦੇ ਨਾਲ, ਅਤੇ ਮੈਂ ਵੀ ਕਹਿਣਾ ਹਾਂ ਕਦੇ ਆਊਂਗੀ। ਅਤੇ ਇੱਦਾਂ ਜਾਣਾ ਪਊਗਾ, ਇਹ ਮੈਂ ਕਦੇ ਨਹੀਂ ਸੀ ਸੋਚਿਆ। ਸਹੀ ਗੱਲ ਹੈ। ਸੋ ਇਟ ਵਾਜ਼ ਤਾਂ ਉਹ ਮੈਂ ਇੰਨੇ ਸਿੰਪਲ ਸੀ, ਜਿੱਦਾਂ ਤੁਸੀਂ ਵੀ ਦੇਖਦੇ ਸੀ, ਉਹ ਲਾਈਵ ਵੀ ਉਹਨਾਂ ਨੇ ਜਾਣਾ, ਤਾਂ ਕਦੇ ਵੀ ਇਹ ਨਹੀਂ ਕਿ ਕੋਈ ਤਿਆਰ ਤਿਉਰ ਹੋ ਕੇ ਨੋਰਮਲ ਚੱਪਲਾਂ, ਨੋਰਮਲ ਟੀ-ਸ਼ਰਟ, ਤਾਂ ਹੀ ਮੈਂ ਅਮੇਜ਼ ਹੋ ਜਾਂਦੀ ਸੀ ਉਹਨਾਂ ਦਾ
ਆਪਣੇ ਉੱਪਰ ਕੌਨਫੀਡੈਂਸ ਦੇਖ ਕੇ। ਐਂਡ ਆਈ ਥਿੰਕ ਕੌਨਫੀਡੈਂਸ ਇਜ਼ ਮੋਰ ਇੰਪੋਰਟੈਂਟ ਕਿ ਤੁਹਾਨੂੰ ਉਹ ਸਟਾਈਲਿਸ਼ ਬਣਾਉਂਦਾ ਹੈ ਤੇ ਕੌਨਫੀਡੈਂਸ ਹੀ ਹੈਗਾ ਜਿਹੜਾ ਤੁਹਾਨੂੰ ਸਟੈਂਡ ਅਲੋਨ ਕਰਦਾ ਹੈ। ਬਿਲਕੁਲ। ਔਰ ਮੈਂ ਉਹਨਾਂ ਨੂੰ ਪੁੱਛਦੀ ਹੁੰਦੀ ਸੀ ਕਿ ਸਿੱਧੂ ਇੰਨਾ ਕੌਨਫੀਡੈਂਸ ਤੁਹਾਡੇ 'ਚ ਕਿੱਦਾਂ ਆਉਂਦਾ ਆ, ਕਿੱਦਾਂ, ਤਾਂ ਸੋ ਮੈਨੀ ਥਿੰਗਸ ਹੀ ਯੂਜ਼ਡ ਟੂ ਸ਼ੇਅਰ। ਤਾਂ ਸਭ ਤੋਂ ਖਾਸ ਗੱਲ ਉਹਨਾਂ ਦੀ ਇਹੀ ਸੀ ਕਿ ਆਪਣਾ ਉਹਨਾਂ ਦਾ ਆਪਣੇ ਉੱਪਰ। ਔਰ ਮੈਨੂੰ ਐਂ ਲੱਗਦਾ ਹੈ ਕਿ ਕਿਉਂਕਿ ਮੈਂ ਪਰਸਨਲੀ ਬਹੁਤ ਜ਼ਿਆਦਾ ਤੁਹਾਨੂੰ ਫੋਲੋ ਵੀ ਕਰਨਾ ਹੈ, ਆਈ ਰੀਅਲੀ ਐਪਰੀਸ਼ੀਏਟ ਯੂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਚੱਲਦੇ ਹੋ ਜਾਂ ਕੁਝ ਵੀ, ਤਾਂ ਤੁਸੀਂ ਤੁਹਾਡੇ ਅੰਦਰ ਵੀ ਉਹੀ ਚੀਜ਼ ਨਜ਼ਰ ਆਉਂਦੀ ਹੈ ਕਿ ਇੱਕ ਸੈਲਫ ਕੌਨਫੀਡੈਂਸ ਇਜ਼ ਉਹ ਤੁਹਾਡਾ ਇੱਕ ਬੂਸਟ ਪਾਵਰ ਹੈਗੀ ਹੈ। ਸੋ ਇਸ ਨੂੰ ਮੰਨਦੇ ਹੋ ਤੁਸੀਂ ਕਿ ਹਾਂ ਤੁਹਾਡਾ ਕੌਨਫੀਡੈਂਸ ਤੁਹਾਨੂੰ ਅੱਗੇ ਲੈ ਕੇ ਚੱਲਦਾ? ਪਤਾ ਨਹੀਂ ਕੌਨਫੀਡੈਂਸ ਮੇਰੇ 'ਚ ਕਿੰਨਾ ਆ ਜਾਂ ਦਿਖਦਾ ਆ, ਗੋਡ ਨੋਜ਼ ਸਾਹਮਣੇ ਵਾਲਿਆਂ ਨੂੰ ਦਿਖਦਾ ਆ, ਓਕੇ। ਬਟ ਹਾਂ, ਜ਼ਿੰਦਗੀ 'ਚ ਇੱਦਾਂ ਦੇ ਮੌਕੇ ਆਉਂਦੇ ਆ ਜਿੱਦਾਂ, ਜਾਂ ਕੋਈ ਦਿਨ ਆਉਂਦਾ ਹੈ ਇੱਦਾਂ ਸੇਮ ਨਹੀਂ ਲੱਗਦਾ ਹਰ ਟਾਈਮ। ਤੇ ਬਟ ਇਹ ਹਾਂ, ਮੈਨੂੰ ਆਪਣੇ ਅੰਦਰ ਇੱਕ ਚੀਜ਼ ਜ਼ਰੂਰ ਲੱਗਦੀ ਆ ਕਿ ਭਾਵੇਂ ਮੈਂ ਥੋੜਾ ਜਿਹਾ ਡਿੱਗ ਜਾ, ਬਟ ਆਈ ਗੈਟ ਅਪ, ਮੈਂ ਖੜੀ ਹੋ ਜਾਂਦੀ ਹਾਂ, ਫਿਰ ਮੈਂ ਤੁਰਦੀ ਹਾਂ ਆਪਣੇ ਜੋ ਮੈਂ ਅਚੀਵ ਕਰਨਾ ਉਹਦੇ ਵੱਲ। ਐਂਡ ਦੈਟਸ ਵਾਟ ਮੈਟਰਸ। ਸੋ ਆਈ ਥਿੰਕ ਹਾਂ, ਜੇ ਖਾਸ ਗੱਲ, ਜੇ ਆਪਣੇ ਆਪ ਨੂੰ ਮੈਂ ਕ੍ਰੈਡਿਟ ਕਰ ਦਿੰਦੀ ਹਾਂ, ਲੇਕਿਨ ਜੇ ਦੇਣਾ ਪਵੇ ਤਾਂ ਹਾਂ, ਆਈ ਥਿੰਕ ਦੈਟ ਆਈ ਡੋਂਟ ਗਿਵ ਅਪ। ਜ਼ਿੰਦਗੀ 'ਚ ਨਾ ਕੋਈ ਵੀ ਕੁਝ ਬਣਦਾ ਹੈ ਤਾਂ ਉਸ ਦੇ ਪਿੱਛੇ ਡੈਫੀਨਿਟਲੀ ਕਿਸੇ ਨਾ ਕਿਸੇ ਦੀ ਸਪੋਰਟ ਹੁੰਦੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਕਈ ਲੋਕ ਇਹ ਕਹਿੰਦੇ ਹੁੰਦੇ ਨੇ ਕਿ ਸਾਨੂੰ ਕਿਸੇ ਦੀ ਲੋੜ ਨਹੀਂ ਜਾਂ ਫਿਰ ਅਸੀਂ ਸੈਲਫ ਮੇਡ ਹੈਗੇ ਹਾਂ, ਬਟ ਫਿਰ ਵੀ ਕੋਈ ਨਾ ਕੋਈ ਪਿੱਛੇ ਜ਼ਰੂਰ ਹੁੰਦਾ ਹੈ। ਤਾਂ ਸੋਨਮ ਦੀ ਲਾਈਫ ਦੇ ਵਿੱਚ ਐਸਾ ਕੌਣ ਰਿਹਾ ਹੈ ਜਿਹੜਾ ਉਹਨੂੰ ਸਪੋਰਟ ਕਰਦਾ ਰਿਹਾ, ਇਹ ਦਿਲ ਦੇ ਬਹੁਤ ਕਰੀਬ ਹੈ? ਕਿਉਂਕਿ ਅੱਜ ਦਿਲ ਦੀ ਗੱਲ ਹੋ ਰਹੀ ਹੈ, ਤਾਂ ਅੱਜ ਦੱਸੋ ਕਿ ਕੌਣ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਦਾ ਜਾਂ ਅੱਗੇ ਵਧਾਉਂਦਾ? ਮੇਰੇ ਬੜੇ ਸਾਰੇ ਦੋਸਤ ਆ ਵੈਸੇ, ਬਟ ਜੇ ਮੈਂ ਅਦਰ ਦੈਨ ਮਾਈ ਫੈਨਸ, ਜੇ ਮੈਂ ਇੱਕ ਕਿਸੇ ਨੂੰ ਆਪਣੀ ਪੂਰੀ ਕ੍ਰੈਡਿਟ ਜਾਂ ਇੱਥੇ ਬੈਣ ਦਾ ਅੱਜ ਕ੍ਰੈਡਿਟ ਦਾ, ਤਾਂ ਮੈਂ ਰੱਬ ਨੂੰ ਦਊਂਗੀ। ਮੇਰੀ ਨਾ ਤਾਂ ਇੰਨੀ ਪਹੁੰਚ ਸੀ, ਨਾ ਮੇਰੇ ਇੰਨੀ ਔਕਾਤ ਸੀ ਕਿ ਮੈਂ ਇੰਨੇ ਵੱਡੇ ਸੁਪਨੇ ਵੀ ਦੇਖਾਂ। ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦੀ, ਤਾਂ ਰੱਬ ਨੇ ਮੈਨੂੰ, ਮੈਂ ਜਿੰਨਾ ਮੇਰੀ ਸੋਚ ਤੋਂ ਉੱਪਰ ਮੇਰੀ ਜ਼ਿੰਦਗੀ 'ਚ ਚੀਜ਼ਾਂ ਕਰਕੇ ਮੈਨੂੰ ਦਿੱਤੀਆਂ। ਸੋ ਵਨ person if I have to give credit to is God and then my fans। ਤੇ ਬਾਕੀ ਰੱਬ ਨੇ ਮੈਨੂੰ ਇੱਦਾਂ ਦੇ ਲੋਕਾਂ ਨਾਲ ਮਿਲਾਇਆ। ਮੇਰੇ ਕੁਛ ਇੱਕ ਦੋ ਫਰੈਂਡਸ ਆ, ਮੇਰੀ ਫੈਮਿਲੀ ਦਾ ਜਿੱਦਾਂ ਦਾ ਸਪੋਰਟ ਆ, ਬਹੁਤ ਅੰਡਰਸਟੈਂਡਿੰਗ ਆ ਮੇਰੇ ਪੇਰੈਂਟਸ। ਤਾਂ ਇਹ ਮੈਨੂੰ ਲੱਗਦਾ, ਮੈਂ ਇਹ ਬਿਲੀਵ ਕਰਦੀ ਹਾਂ ਕਿ ਜਿੰਨੀਆਂ ਵੀ ਚੰਗੀਆਂ ਚੀਜ਼ਾਂ ਆ ਨਾ ਜ਼ਿੰਦਗੀ 'ਚ, ਉਹ ਰੱਬ ਵੱਲੋਂ ਆਉਂਦੀਆਂ। ਸੋ ਚਾਹੇ ਉਹ ਦੋਸਤੀ ਆ, ਚਾਹੇ ਉਹ ਸਕਸੈਸ ਆ, ਚਾਹੇ ਤੁਹਾਡੀ ਚੰਗੀ ਹੈਲਥ ਆ, ਤੁਹਾਨੂੰ ਚੰਗੇ ਲੋਕ ਮਿਲਦੇ ਆ, ਸੋ ਸਭ ਕੁਝ। ਸੋ ਆਈ ਹੈਵ ਟੂ ਗਿਵ ਕ੍ਰੈਡਿਟ ਟੂ ਗੋਡ ਫॉर ਦਿਸ। ਦੈਟਸ ਸੋ ਅਮੇਜ਼ਿੰਗ। ਕਿਉਂਕਿ ਮੇਰੇ ਖਿਆਲ ਨਾਲ ਅਗਰ ਸਾਨੂੰ ਚੰਗੇ ਲੋਕ ਵੀ ਮਿਲਦੇ ਨੇ ਤਾਂ ਉਹ ਵੀ ਸਾਨੂੰ ਉੱਪਰ ਵਾਲਾ ਪਰਮਾਤਮਾ ਪ੍ਰੋਵਾਈਡ ਕਰਦਾ। ਉਹ ਕਿਸਮਤ ਕਿੱਦਾਂ ਬਣਦੀ ਆ, ਰੱਬ ਦੇ ਪਲਾਨਸ ਹੁੰਦੇ ਆ ਨਾ ਜੀ। ਸੋ ਯਾ। ਸੋ ਵੈਸੇ ਅਗਰ ਮੈਂ ਗੱਲ ਕਰਾਂ ਤਾਂ ਤੁਹਾਡੀ ਤੁਸੀਂ ਇਹ ਸੋਚਿਆ ਸੀਗਾ ਕਿ ਤੁਸੀਂ ਐਕਟਰੈਸ ਬਣਨਾ ਹੈ ਜਾਂ ਫਿਰ ਇਹ ਐਕਸੀਡੈਂਟਲੀ ਹੋਇਆ? ਨਹੀਂ, ਮੈਂ ਤਾਂ ਕਦੇ ਵੀ ਨਹੀਂ ਸੀ ਸੋਚਿਆ ਕਿ ਐਕਟਰੈਸ ਬਣਨਾ ਆ। ਮੈਨੂੰ ਬਸ ਇਹ ਸੀਗਾ ਕਿ ਹਾਂ, ਮੈਂ ਮਿਸ ਇੰਡੀਆ 'ਚ ਪਾਰਟਿਸਿਪੇਟ ਕਰਨਾ ਆ। ਤੇ ਉਹ ਵੀ ਬਹੁਤ, ਮੈਂ ਕਦੇ ਨਿੱਕੇ ਹੁੰਦਿਆਂ ਤਾਂ ਨਹੀਂ ਆਪਣੇ ਪੇਰੈਂਟਸ ਨਾਲ ਇਹ ਗੱਲ ਸ਼ੇਅਰ ਕੀਤੀ। ਜਦੋਂ ਜੌਬ ਕਰਨ ਲੱਗੀ ਉਦੋਂ ਮੈਂ ਕਿਹਾ ਸੀਗਾ। ਤੇ ਉਦੋਂ ਤਾਂ ਮੰਮੀ ਡੈਡੀ ਆਫ ਕੋਰਸ ਖੁਸ਼ ਨਹੀਂ ਸੀ ਵੀ, ਕਿਉਂਕਿ ਮੇਰੇ ਮਮ ਵੀ ਕਾਲਜ 'ਚ ਪੜ੍ਹਾਉਂਦੇ ਆ, ਮੇਰੇ ਡੈਡ ਵੀ ਹੀ ਇਜ਼ ਅ ਪ੍ਰਿੰਸੀਪਲ ਇਨ ਅ ਸਕੂਲ। ਤਾਂ ਉਹਨਾਂ ਨੂੰ ਇਹ ਸੀ ਕਿ ਵੀ ਨਹੀਂ ਯਾਰ, ਪੜ੍ਹਾਈ ਵੱਲ ਦੇਖੋ। ਸਾਡੇ ਘਰੋਂ ਕੋਈ ਵੀ ਕਿਸੇ ਨੇ ਵੀ ਜਾ ਕੇ ਇਹ ਕੰਮ ਨਹੀਂ ਕੀਤਾ। ਐਂਡ ਆਈ ਕਮ ਫਰੋਮ ਅ ਮਤਲਬ ਹੰਬਲ ਬੈਕਗਰਾਊਂਡ। ਮਤਲਬ ਇੱਦਾਂ ਨਹੀਂ ਹੈ ਕਿ ਸਾਡੇ ਕੋਲ ਕੋਈ ਬਹੁਤ ਜ਼ਮੀਨ ਜਾਂ ਮੇਰੇ ਮੰਮੀ ਪਾਪਾ ਕੋਈ ਬਹੁਤ ਜ਼ਿਆਦਾ ਉਹਨਾਂ ਦੀ ਅਰਨਿੰਗ ਸੀ। ਸੋ ਹਰ ਮਾਂ ਪਿਓ ਇਹ ਸੋਚਦਾ ਨਾ ਕਿ ਯਾਰ ਕਿਤੇ ਮਤਲਬ ਇਹੋ ਜਿਹੇ ਪ੍ਰੋਫੈਸ਼ਨ 'ਚ ਕਿਉਂ ਜਾਣਾ ਜਿੱਥੇ ਨਾ ਕਿੰਨੇ ਸਾਲ ਤੁਸੀਂ ਕੰਮ ਕਰ ਸਕਦੇ ਹੋ, ਕਿਸੇ ਨੂੰ ਨਹੀਂ ਪਤਾ, ਤੁਹਾਡੀ ਸਕਸੈਸ ਵੀ ਗੈਰੰਟੀਡ ਨਹੀਂ ਆ, ਤੇ ਨਾ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ। ਔਰ ਬੰਬੇ ਜਾਣਾ ਮਤਲਬ ਸਾਡੇ ਲਈ ਇੱਦਾਂ ਸੀ ਜਿੱਦਾਂ ਦੂਜੀ ਕੰਟਰੀ 'ਚ ਜਾਣਾ ਆ। ਸੋ ਪਰ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਕਿ ਜੋ ਰੱਬ ਨੇ ਤੁਹਾਡੇ ਲਈ ਪਲਾਨ ਕੀਤਾ ਹੁੰਦਾ ਉਹ ਹਮੇਸ਼ਾ ਬੈਸਟ ਹੁੰਦਾ ਤੁਹਾਡੇ ਲਈ। ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਐਕਟਰੈਸ ਕਦੇ ਐਕਟਰ ਬਣੂੰਗੀ। ਤਾਂ ਮਿਸ ਇੰਡੀਆ ਦਾ ਥੋੜ੍ਹਾ ਜਿਹਾ ਮੇਰਾ ਜੋ ਡ੍ਰੀਮ ਸੀ ਉਹ ਮੈਂ ਜ਼ਰੂਰ ਉਹ 'ਚ ਪਾਰਟਿਸਿਪੇਟ ਕੀਤਾ, ਪਰ ਉੱਥੋਂ ਮੈਨੂੰ ਨਹੀਂ ਸੀ ਪਤਾ ਕਿ ਉੱਥੋਂ ਜਰਨੀ ਜਿਹੜੀ ਆ ਨਾ ਉਹ ਕਿਤੇ ਹੋਰ ਲੈ ਜੂਗੀ। ਤੇ ਉੱਥੋਂ ਮੈਨੂੰ ਮੇਰੀ ਪਹਿਲੀ ਪੰਜਾਬੀ ਫਿਲਮ ਦਾ ਆਫਰ ਆਇਆ ਸੀ। ਤੇ ਕਿਉਂਕਿ ਮੈਨੂੰ ਪੰਜਾਬੀ ਬੋਲਣੀ ਆਉਂਦੀ ਸੀ, ਦੇਖੋ ਇਹ ਕਿੱਦਾਂ ਦੀ ਗੱਲ ਆ ਹੈ ਨਾ, ਨਿੱਕੀ, ਕਿਉਂਕਿ ਮੇਰੀ ਜੰਪਲ ਯੂਪੀ ਦੀ ਆ, ਪਰ ਸਾਡੇ ਘਰੇ ਲਾਈਕ ਮੇਰੇ ਮੰਮੀ ਪਾਪਾ ਨੇ ਮੇਕ ਸ਼ੋਰ ਕਰਨਾ ਕਿ ਵੀ ਅਸੀਂ ਪੰਜਾਬੀ ਬੋਲਣੀ ਆ। ਤੇ ਕਦੇ ਕਦੇ ਨਾ ਸਕੂਲ 'ਚ ਫਰੈਂਡਸ ਮਜ਼ਾਕ ਵੀ ਉਡਾਉਂਦੇ ਸੀ, ਬਿਕੋਜ਼ ਕੁਛ ਚੀਜ਼ਾਂ ਨੂੰ ਜਿੱਦਾਂ ਪੰਜਾਬੀਆਂ ਹੈ ਨਾ ਥੋੜ੍ਹਾ ਜਿਹਾ ਕਰ ਦੇਣਾ ਉੱਥੇ। ਤਾਂ ਮੈਂ
ਮੰਮੀ ਡੈਡੀ ਨੇ ਜਦੋਂ ਅਸੀਂ ਘਰ ਆ ਕੇ ਹਿੰਦੀ 'ਚ ਗੱਲ ਕਰਨੀ ਆ ਕੁਛ ਤਾਂ ਮੰਮੀ ਡੈਡੀ ਨੇ ਨਾ ਕਹਿਣਾ ਕਿ ਇੱਥੇ ਪੰਜਾਬੀ 'ਚ ਬੋਲੋ, ਤਾਂ ਉਦੋਂ ਨਾ ਲੜਨਾ ਵੀ ਕਿ ਫਿਰ ਕਹਿਣਾ ਵੀ ਕਿ ਤੇ ਫਿਰ ਕੀ ਹੋਇਆ ਵੀ ਅਸੀਂ ਸਾਡੇ ਸਾਰੇ ਫਰੈਂਡਸ ਵੀ ਦੂਜੀ ਹਿੰਦੀ ਬੋਲਦੇ ਆ ਜਾਂ ਇੰਗਲਿਸ਼ ਬੋਲਦੇ ਆ ਤਾਂ ਕੀ ਪ੍ਰੋਬਲਮ। ਤੇ ਅੱਜ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਨਾ, ਸੀ ਮੰਮੀ ਪਾਪਾ ਜੋ ਡਿਸਾਈਡ ਕਰਦੇ ਆ, ਜੋ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ, ਉਹ ਕਿੰਨੀ ਸੋਹਣੀ ਚੀਜ਼ ਆ। ਤੇ ਅੱਜ ਮੈਨੂੰ ਸਾਰਾ ਪਿਆਰ ਜਾਂ ਮੇਰੀ ਜੋ ਵੀ ਐਗਜ਼ਿਸਟੈਂਸ ਆ ਐਜ਼ ਐਨ ਇਨ ਪ੍ਰੋਫੈਸ਼ਨਲੀ ਇਜ਼ ਬਿਕਾਜ਼ ਆਫ ਮਾਈ ਲੈਂਗੁਏਜ। ਤੇ ਮੈਂ ਬਹੁਤ ਥੈਂਕ ਯੂ ਕਰਦੀ ਆਪਣੇ ਪੇਰੈਂਟਸ ਦਾ ਕਿ ਉਹਨਾਂ ਨੇ ਭਾਵੇਂ ਅਸੀਂ ਯੂਪੀ 'ਚ ਮੇਰੀ ਜੰਮਪਲਾ ਬਟ ਉਹਨਾਂ ਨੇ ਪੰਜਾਬੀ ਮੀਡੀਅਮ 'ਚ ਸਾਨੂੰ ਪਾਇਆ, ਉੱਥੇ ਸਕੂਲ ਲੱਭਿਆ ਜਿੱਥੇ ਪੰਜਾਬੀ ਹੀ ਇੱਕ ਸਬਜੈਕਟ ਪੰਜਾਬੀ ਵੀ ਹੋਵੇ। ਸੋ 8ਵੀਂ ਕਲਾਸ ਤੱਕ ਮੈਂ ਪੰਜਾਬੀ ਪੜ੍ਹੀ ਆ, ਮੈਨੂੰ ਲਿਖਣੀ ਪੜ੍ਹਨੀ ਵੀ ਆਉਂਦੀ ਆ। ਤੇ ਉਦੋਂ ਮੈਂ ਬਲਕਿ ਮੰਮੀ ਡੈਡੀ ਨੂੰ ਕਹਿੰਦੀ ਨਹੀਂ ਕਿ ਮੈਂ ਕਿਉਂ ਪੰਜਾਬੀ ਕਿਉਂ ਪੜ੍ਹਨੀ ਆ, ਕਿਉਂ ਸਬਜੈਕਟ ਮੈਂ ਦੂਜਾ ਕੁਛ ਲੈ ਲੈਂਦੀ ਆ। ਪਰ ਮੇਰੇ ਮੰਮੀ ਪਾਪਾ ਨੇ ਕਿਹਾ ਨਹੀਂ ਪੰਜਾਬੀ ਆਪਾਂ ਪੜ੍ਹਾਂਗੇ। ਸੋ ਕਿੱਥੇ ਉੱਥੋਂ ਇੱਧਰ ਆ ਕੇ ਤੁਹਾਡੀ ਪੰਜਾਬੀ ਦੇ ਨਾਲ ਇੱਕ ਤਾਂ ਚਲੋ ਠੀਕ ਹੈ ਕਿ ਤੁਸੀਂ ਪੰਜਾਬੀ ਸਿਨੇਮਾ 'ਚ ਕੰਮ ਕਰ ਰਹੇ ਹੋ, ਬਟ ਜਿਹੜੀ ਤੁਹਾਨੂੰ USP ਮਿਲੀ ਉਹ ਤੁਹਾਡੀ ਬੋਲੀ ਤੋਂ ਹੀ ਮਿਲੀ। ਜੀ ਬਿਲਕੁਲ, ਜਿਸ ਸਟਾਈਲ ਦੇ ਨਾਲ ਤੁਸੀਂ ਬੋਲਦੇ ਹੋ ਹੈ ਨਾ, ਉੱਤੇ ਤੇ ਲੋਕੀ ਮਤਲਬ ਰੀਲਸ ਬਣਾਉਂਦੇ ਨੇ ਤੁਹਾਡੇ ਡਾਇਲੌਗਸ ਦੇ ਉੱਤੇ। ਸੋ ਦਿਸ ਇਜ਼ ਅਮੇਜ਼ਿੰਗ। ਔਰ ਔਰ ਪਤਾ ਪੰਜਾਬੀ ਫਿਲਮਾਂ ਨੇ ਮੈਨੂੰ ਆਪਣੇ ਕਲਚਰ ਦੇ ਹੋਰ ਕਰੀਬ ਲੈ ਕੇ ਆਇਆ। ਯੈਸ ਬਿਲਕੁਲ। ਤੇ ਬਹੁਤ ਕਮਾਲ ਦੀ ਗੱਲ ਆ ਕਿ ਕਦੇ ਦਾ ਪਲਾਨ ਨਹੀਂ ਸੀ ਕੀਤਾ, ਸੋਚੋ ਮੈਂ ਕਿੱਥੇ ਉੱਥੋਂ ਮੈਂ ਦਿੱਲੀ ਗਈ, ਕਦੇ ਵੀ ਨਹੀਂ ਸੀ ਸੋਚਿਆ ਕਿ ਇੱਥੇ ਕੰਮ ਕਰਨ ਆਉਂਗੀ। ਔਰ ਹੁਣ ਸਭ ਤੋਂ ਜ਼ਿਆਦਾ ਦਿਲ ਨੂੰ ਸਕੂਨ ਤੇ ਖੁਸ਼ੀ ਨਾ ਪੰਜਾਬ ਆ ਕੇ ਮਿਲਦੀ ਆ। ਦੈਟਸ ਸੋ ਅਮੇਜ਼ਿੰਗ। ਹੁਣ ਮੈਂ ਲਾਸਟ ਕੁਐਸਚਨ ਪੁੱਛਾਂਗਾ ਬਿਕੋਜ਼ ਆਮ ਨਾਟ ਟੇਕਿੰਗ ਦੈਟ ਮਚ ਟਾਈਮ। ਇੱਕ ਚੀਜ਼ ਜੋ ਤੁਹਾਡੇ ਬਿਲੀਵ ਬਾਰੇ ਮੈਂ ਜਾਣਦਾ, ਤੁਸੀਂ ਤੁਹਾਡੀ ਲਾਈਫ ਦੀ ਜਰਨੀ ਨੂੰ ਅੰਡਰਸਟੈਂਡ ਕੀਤਾ, ਬਟ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆ ਗਏ ਐਕਟਿੰਗ ਦੇ ਵਿੱਚ, ਪਰ ਇੰਨੇ ਜ਼ਿਆਦਾ ਪਰਫੈਕਟ ਵੇ ਦੇ ਵਿੱਚ ਆਣਾ ਔਰ ਆਪਣੀ ਇੰਨੀ ਤਗੜੀ ਐਗਜ਼ਿਸਟੈਂਸ ਨੂੰ ਬਣਾਉਣਾ ਕਿ ਪੰਜਾਬੀ ਸਿਨੇਮਾ ਦੇ ਵਿੱਚ, ਅਗਰ ਮੈਂ ਤੁਹਾਡੇ ਤੋਂ ਪਹਿਲਾਂ ਗੱਲ ਕਰਾਂ ਤਾਂ ਨੀਰੂ ਬਾਜਵਾ ਜੀ ਸੀਗੇ ਜਿਨ੍ਹਾਂ ਨੇ ਇੱਕ ਇਸ ਤਰੀਕੇ ਦਾ ਆਪਣਾ ਔਰਾ ਕਾਇਮ ਕੀਤਾ ਹੋਇਆ ਸੀਗਾ। ਉਸ ਤੋਂ ਬਾਅਦ ਹਰ ਕਿਸੇ ਨੂੰ ਲੱਗਦਾ ਸੀ ਕਿ ਕੋਈ ਇੱਦਾਂ ਦੀ ਪੰਜਾਬੀ ਲੀਡਿੰਗ ਐਕਟਰਸ ਹਜੇ ਨਹੀਂ ਆਈ, ਤੇ ਸੋਨਮ ਬਾਜਵਾ ਨੇ ਆ ਕੇ ਉਹ ਜਿਹੜਾ ਹੈਗਾ ਉਸ ਤਰੀਕੇ ਦਾ ਆਪਣੀ ਪ੍ਰੈਜ਼ੈਂਸ ਨੂੰ ਬਣਾਇਆ। ਉਹ ਇੰਨੀ ਤੁਹਾਡੀ ਵਧੀਆ ਜਰਨੀ ਹੈਗੀ ਹੈ, ਫਿਲਮਸ ਦੀ ਲਿਸਟ ਹੈਗੀ ਔਰ ਰੱਬ ਕਰੇ ਅੱਗੇ ਵੀ ਇਸ ਤਰੀਕੇ ਨਾਲ ਰਹੇ। ਸੋ ਇੰਨਾ ਜ਼ਿਆਦਾ ਉਸ ਦੇ ਵਿੱਚ ਪਰਫੈਕਸ਼ਨ ਦੇ ਵਿੱਚ ਜਾਣਾ, ਸੋ ਕੀ ਉਸ ਦੇ ਪਿੱਛੇ ਕੀ ਐਸੀ ਚੀਜ਼ ਸੀ ਜਿਹੜੀ ਤੁਹਾਨੂੰ ਲੈ ਕੇ ਚੱਲੀ ਅੱਗੇ? ਆਈ ਥਿੰਕ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ ਆ। ਤੇ ਮੈਂ ਕਦੀ ਇਹ ਸੋਚ ਕੇ ਜਦੋਂ ਮੈਂ ਨਾ ਫਿਲਮ ਇੰਡਸਟਰੀ 'ਚ ਇੱਥੇ ਕੰਮ ਕਰਨਾ, ਜਿਸ ਤਰ੍ਹਾਂ ਦੀ ਜਿਸ ਫਿਲਮ 'ਚ ਜਿੰਨਾ ਕੁ ਵੀ ਸਕੋਪ ਹੁੰਦਾ ਸੀ ਪਰਫਾਰਮ ਕਰਨ ਦਾ, ਜਿੰਨਾ ਕੁ ਵੀ ਸਕੋਪ ਹੁੰਦਾ ਸੀ ਸੋਹਣੇ ਦਿਖਣ ਦਾ, ਮੈਂ ਉਹਦੇ 'ਚ ਬੈਸਟ ਦੇਣ ਦੀ ਕੋਸ਼ਿਸ਼ ਕਰਨੀ। ਮੈਨੂੰ ਕਈ ਲੋਕਾਂ ਨੇ ਇੱਦਾਂ ਕਹਿਣਾ ਤੂੰ ਇੰਨੀ ਟੈਨਸ਼ਨ ਕਿਉਂ ਲੈ ਰਹੀ ਹੈ ਯਾਰ, ਪੰਜਾਬੀ ਫਿਲਮ ਆ ਨਾ, ਕੋਈ ਗੱਲ ਨਹੀਂ। ਮੈਨੂੰ ਬਹੁਤ ਲੋਕਾਂ ਨੇ ਇਹ ਚੀਜ਼ ਕਹਿਣੀ ਕਿ ਮੈਂ ਹਰ ਚੀਜ਼ 'ਚ ਨਾ ਬਹੁਤ ਐਫਰਟ ਦੇ ਨਾਲ ਕਰਨ ਦੀ ਕੋਸ਼ਿਸ਼ ਕਰਨੀ ਜਾਂ ਔਰ ਮੈਂ ਕਦੇ ਇਹ ਸੋਚ ਕੇ ਕੰਮ ਨਹੀਂ ਕੀਤਾ ਕਿ ਇਹ ਤਾਂ ਪੰਜਾਬੀ ਫਿਲਮ ਆ, ਮੈਂ ਤਾਂ ਅਲਟੀਮੇਟਲੀ ਬਾਲੀਵੁੱਡ 'ਚ ਕੰਮ ਕਰਨਾ ਹੈ, ਹਿੰਦੀ ਵੱਲ ਜਾਣਾ ਹੈ ਤੇ ਮੈਂ ਇੱਥੇ ਨਹੀਂ ਉੱਥੇ ਸੋਚੂੰਗੀ ਜਦੋਂ ਕਰੂੰਗੀ। ਮੈਂ ਕਦੇ ਵੀ ਨਹੀਂ ਕੀਤਾ। ਮੈਂ ਹਮੇਸ਼ਾ ਇਹ ਸੋਚ ਕੇ ਕੀਤਾ ਕਿ ਦਿਸ ਇਜ਼ ਮਤਲਬ ਬਹੁਤ ਰਿਸਪੈਕਟ ਨਾ ਕਿ ਯਾਰ ਇੱਥੋਂ ਮੇਰਾ ਕੰਮ ਆਉਂਦਾ ਆ। ਸੋ ਮੈਂ ਰਿਪਰੈਜ਼ੈਂਟ ਕਰ ਰਹੀ ਹਾਂ ਨਾ ਬਾਲੀਵੁੱਡ ਨੂੰ। ਕਿਤੇ ਨਾ ਕਿਤੇ ਤਾਂ ਲੋਕ ਬਾਹਰ ਸਾਊਥ ਬੰਬੇ ਉਹ ਦੇਖ ਰਹੇ, ਅਸੀਂ ਪੰਜਾਬੀ ਆਰਟਿਸਟ ਆ। ਸੋ ਮੈਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਤੇ ਜਿੰਨਾ ਜੇ ਮੈਨੂੰ 100% ਹੀ ਦੇਣ ਦੀ ਕੋਸ਼ਿਸ਼ ਕੀਤੀ। ਐਂਡ ਆਈ ਥਿੰਕ ਹਾਰਡ ਵਰਕ ਦਾ ਕਿਤੇ ਵੀ ਕੋਈ ਵੀ ਸਬਸਟੀਟਿਊਟ ਨਹੀਂ ਆ। ਤਾਂ ਮੈਂ ਮਿਹਨਤ ਨਾਲ ਜਿੰਨਾ ਹੋ ਸਕਦਾ ਸੀ ਮੈਂ ਉਹਦਾ ਕੰਮ ਕੀਤਾ। ਵੈਸੇ ਤਾਂ ਜ਼ਿਆਦਾਤਰ ਲੋਕੀ ਨੈਗੇਟਿਵ ਨਹੀਂ ਕਰਦੇ, ਤੁਹਾਨੂੰ ਮੈਂ ਇੱਕ ਮਾਈਂਡ 'ਚ ਆ ਗਈ ਮੇਰੇ ਗੱਲ, ਮੈਂ ਪੁੱਛਣਾ ਚਾਹਾਂਗਾ। ਵੈਸੇ ਤਾਂ ਜ਼ਿਆਦਾ ਕੋਈ ਇੱਦਾਂ ਦੇ ਨੈਗੇਟਿਵ ਕਮੈਂਟਸ ਨਹੀਂ ਆਉਂਦੇ ਕਦੀ ਤੁਹਾਨੂੰ ਮੈਂ ਦੇਖਦਾ, ਬਟ ਇਨ ਕੇਸ ਅਗਰ ਕਦੀ ਕੋਈ ਇੱਦਾਂ ਦੀ ਕੋਈ ਗੱਲ ਸਾਹਮਣੇ ਆ ਵੀ ਜਾਂਦੀ ਹੈ, ਕਿਉਂਕਿ ਕਈ ਵਾਰ ਨਾ ਲੋਕੀ ਜਰਨੀ ਨਹੀਂ ਜਾਣਦੇ ਹੁੰਦੇ, ਬੜੀ ਜਲਦੀ ਜਜਮੈਂਟਲ ਹੋ ਜਾਂਦੇ ਆ। ਜੱਜ ਤੇ ਵਕੀਲ ਤੇ ਫਿਰਦੇ ਹੀ ਰਹਿੰਦੇ ਨੇ ਨਾ ਆਮ ਤੌਰ ਦੇ ਉੱਤੇ ਬਾਹਰ, ਤੇ ਬੜੀ ਜਲਦੀ ਜਜਮੈਂਟਲ ਹੋ ਜਾਂਦੇ ਆ। ਤਾਂ ਕੋਈ ਐਸੀ ਗੱਲ ਤੁਹਾਨੂੰ ਡੀਮੋਟੀਵੇਟ ਵੀ ਕਰਦੀ ਹੈ ਜੇ ਕੋਈ ਇੱਦਾਂ ਦਾ ਕੁਝ ਗਲਤ ਕਮੈਂਟ ਕਰਦਾ ਹੈ ਜਾਂ ਕੁਝ ਹੈ? ਹਾਂ, ਬੁਰਾ ਤਾਂ ਲੱਗਦਾ ਆ, ਲੇਕਿਨ ਫਿਰ ਆਪਣੇ ਆਪ ਨੂੰ ਇਹ ਕਹਿਣਾ ਪੈਂਦਾ ਆ ਕਿ ਉਹਨਾਂ ਲੋਕਾਂ ਵੱਲ ਦੇਖੋ ਜੋ ਤੁਹਾਨੂੰ ਪਿਆਰ ਕਰਦੇ ਆ, ਸਪੋਰਟ ਕਰਦੇ ਆ, ਕਿਉਂਕਿ ਇਹ ਤਾਂ ਦੇਖੋ ਚੀਜ਼ ਦਿਨੋਂ ਦਿਨ ਵਧਣੀ ਆ। ਅੱਜ ਤੋਂ 6-7 ਸਾਲ ਪਹਿਲਾਂ ਜਦੋਂ ਸੋਸ਼ਲ ਮੀਡੀਆ ਇੰਨਾ ਈਜ਼ੀਲੀ ਐਕਸੈਸਿਬਲ ਨਹੀਂ ਸੀਗਾ ਔਰ ਇੰਨਾ ਮਤਲਬ ਲੋਕੀ ਇੰਨਾ ਜ਼ਿਆਦਾ ਯੂਜ਼ ਨਹੀਂ ਸੀ ਕਰਦੇ, ਉਦੋਂ ਇੰਨਾ ਡਿਫਿਕਲਟ ਨਹੀਂ ਸੀ। ਹੁਣ ਤਾਂ ਸਮੋਲੈਸਟ ਆਫ ਮੂਵ ਤੁਸੀਂ ਕੁਛ ਵੀ ਕਰੋ, ਐਵਰੀਥਿੰਗ ਇਜ਼ ਇਨ ਪਬਲਿਕ ਆਈ। ਲੋਕਾਂ ਲਈ ਬਹੁਤ ਸੌਖਾ ਆ।
ਕਰਨਾ ਤਾਂ ਹੌਲੀ ਹੌਲੀ ਹੁਣ ਸਾਰੇ ਮੈਨੂੰ ਲੱਗਦਾ ਪੱਕੇ ਹੋ ਰਹੇ ਆ ਪੱਕੇ ਯੂ ਹੋ نو ਰਹੇ ਆ। ਥਿਕ ਸਕਿਨ ਹੁੰਦੇ ਜਾਂਦੇ ਹੋ ਤੁਸੀਂ Right. ਸੋ ਇਟਸ ਓਕੇ ਕਦੇ ਕਦੇ ਬੁਰਾ ਵੀ ਲੱਗਦਾ ਹੈ ਟੂ ਬੀ ਓਨੈਸਟ ਬਿਕਾਜ਼ ਐਟ ਦੀ ਐਂਡ ਆਫ ਦ ਡੇ ਵੀ ਆਰ ਹਿਊਮਨ ਬੀਇੰਗਸ ਪਰ ਫਿਰ ਠੀਕ ਆ ਯੂ ਹੈਵ ਟੂ ਸੀ ਦ ਗਲਾਸ ਹਾਫ ਫੁੱਲ ਐਂਡ ਨਾਟ ਹਾਫ ਐਮਪਟੀ ਦੈਟਸ ਸੋ ਗ੍ਰੇਟ ਔਰ ਮੈਨੂੰ ਲੱਗਦਾ ਕਿ ਤੁਹਾਡਾ ਬਿਲੀਫ ਸਿਸਟਮ ਜਿਹੜਾ ਹੈ ਉਹ ਤੁਹਾਨੂੰ ਪਰਫੈਕਸ਼ਨ ਦੇ ਵਿੱਚ ਲੈ ਕੇ ਜਾਂਦਾ ਹੈ ਐਂਡ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲ ਕਰਕੇ ਮਹਿਸੂਸ ਹੁੰਦਾ ਕਿ ਇੱਕ ਚੰਗੇ ਇਨਸਾਨ ਦੇ ਨਾਲ ਜਾਂ ਇੱਕ ਐਸੀ ਪਰਸਨੈਲਿਟੀ ਦੇ ਨਾਲ ਗੱਲ ਕਰ ਰਹੇ ਹੋ ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਔਰ ਦਿਲ ਦੀਆਂ ਗੱਲਾਂ ਦੇ ਵਿੱਚ ਬਹੁਤ ਸਾਰੇ ਆਰਟਿਸਟ ਨੇ ਆਣਾ ਉਹਨਾਂ ਤੋਂ ਤੁਸੀਂ ਜਿਵੇਂ ਤੁਹਾਡੇ ਅੰਦਰ ਚਾਹਤ ਹੈ ਨਾ ਕਿ ਸਿੱਖਦੇ ਰਹੋ ਦੂਜਿਆਂ ਤੋਂ ਸੋ ਮੇਰੇ ਖਿਆਲ ਨਾਲ ਉਹ ਵੀ ਬਹੁਤ ਕੁਝ ਸਿੱਖ ਕੇ ਤੁਹਾਡੇ ਤੋਂ ਜਾਣਗੇ ਵਿਸ਼ ਯੂ ਆਲ ਦੀ ਬੈਸਟ ਥੈਂਕ ਯੂ ਸੋ ਮਚ ਔਰ ਰੱਬ ਕਰੇ ਤੁਸੀਂ ਇਸੇ ਤਰੀਕੇ ਨਾਲ ਤਰੱਕੀ ਕਰੋ ਅਸੀਂ ਹਮੇਸ਼ਾ ਤੁਹਾਨੂੰ ਦੇਖਦੇ ਰਹੀਏ ਥੈਂਕ ਯੂ ਸੋ ਮਚ ਸੋ ਇਹ ਸੀ ਜੀ ਸੋਨਮ ਬਾਜਵਾ ਔਰ ਦਿਲ ਦੀਆਂ ਗੱਲਾਂ ਦਾ ਜਿਹੜਾ ਨੈਕਸਟ ਸੀਜ਼ਨ ਆ ਚੁੱਕਿਆ ਹੈ ਤਾਂ ਤੁਸੀਂ ਮਿਸ ਨਹੀਂ ਕਰਨਾ ਕੋਈ ਵੀ ਐਪੀਸੋਡ ਉਸ ਦੇ ਨਾਲ ਹੀ ਨਾਲ ਫਿਲਮਾਂ ਵੀ ਜਿਹੜੀਆਂ ਨੇ ਉਹ ਮਿਸ ਨਹੀਂ ਕਰਨੀਆਂ ਔਰ ਇੰਸਟਾਗ੍ਰਾਮ ਦੇ ਉੱਤੇ ਤੇ ਫੋਲੋ ਕਰ ਹੀ ਰਹੇ ਹੋ ਨਾ ਉਹਨੂੰ ਜੇ ਨਹੀਂ ਕਰ ਰਹੇ ਤਾਂ ਫਿਰ ਫਟਾਫਟ ਕਰੋ ਐਡੀ ਵੱਡੀ ਗਲਤੀ ਨਹੀਂ ਕਰੀਦੀ ਹੁੰਦੀ ਤੇ ਅਸੀਂ ਤੁਹਾਨੂੰ ਕਿਸੇ ਹੋਰ ਆਰਟਿਸਟ ਦੇ ਨਾਲ ਫੇਰ ਮਿਲਾਂਗੇ ਦੇਖਦੇ ਰਹੋ ਹਮਦਰਦ ਟੀਵੀ ਟੇਕ ਕੇਅਰ ਬਾਏ ਬਾਏ